कि किसानां नूं खादां दी वरतों घट करनी चाहिए आ, दवाइयां दी वरतों घट करनी चाहिए आ, किसान दा खर्चा घटूगा, जीरो फार्मिंग दीयां गल्लां, वो सारियां गल्लां जिहड़ियां ने वो बहुत सोहणियां लगदियां सुणन नूं। ते उन्होंने आप एक बार कहा भी कि मैं किसान नहीं हैगा, ते मैनूं लगदा कि उही एक लाइन जिहड़ी सब तो चंगी सी कि मैं किसान नहीं हैगा। ਪੈਸਟੀਸਾਈਡਸ, ਇਨਸੈਕਟੀਸਾਈਡ ਤੇ ਜਿਹੜੇ ਉਰਵਰਕ ਆ, ਜਿਹੜੀਆਂ ਖਾਦਾਂ ਆ, ਉਹਨਾਂ ਦੀ ਵਰਤੋਂ ਤੋਂ ਬਿਨਾਂ ਖੇਤੀ ਦੀ ਜਿਹੜੀ ਕਲਪਨਾ ਵੀ ਕੀਤੀ ਨਹੀਂ ਜਾ ਸਕਦੀ। ਕਿ ਸਰਕਾਰ ਜਦੋਂ ਖਰੀਦਦੀ ਆ ਤੇ ਫਿਰ ਜਦੋਂ ਵਾਪਸ ਦਿੰਦੀ ਆ ਜਾਂ ਸਕੀਮਾਂ ਲਈ ਫ੍ਰੀ ਦਿੰਦੀ ਆ ਤੇ ਉਹ ਜਿਹੜੇ ਪੈਸੇ ਨੇ ਉਹ ਵਿੱਚ ਵਿਚਾਲਿਓਂ ਕਿੱਥੇ ਚਲੇ ਜਾਂਦੇ ਨੇ। ਉਹ ਬਹੁਤ ਸਾਰੇ ਰੋਲ ਘਚੋਲੇ ਨੇ। ਸਾਡੇ ਮੁਲਕ ਦਾ ਜਿਹੜਾ ਸਿਸਟਮ ਆ ਉਹਨੂੰ ਸੁਧਾਰਨ ਦੀ ਲੋੜ ਆ। ਇਹ ਸਾਰੇ ਕਹਾਣੀਆਂ ਜਿਹੜੀਆਂ ਆ ਉਹ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨਾਲ ਹੱਲ ਹੋਣ ਵਾਲੀਆਂ ਨਹੀਂ। ਸ਼ਰਮਾ ਜੀ, ਅੱਜ ਗੁਜਰਾਤ ਦੇ ਵਿੱਚ ਇੱਕ ਰਾਸ਼ਟਰੀ ਸੰਮੇਲਨ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਰਗੈਨਿਕ ਫਾਰਮਿੰਗ ਦੇ ਇੱਕ ਵਾਰੀ ਫਿਰ ਸੋਲੇ ਗਾਏ ਨੇ। ਕਹਿੰਦੇ 80% ਕਿਸਾਨਾਂ ਨੂੰ ਇਹਦਾ ਫਾਇਦਾ ਹੋਊਗਾ। PM ਮੋਦੀ ਨੂੰ ਕਿਸਾਨਾਂ ਦੀ ਕੁਝ ਜ਼ਿਆਦਾ ਹੀ ਫਿਕਰ ਨਹੀਂ ਸਤਾਉਣ ਲੱਗੀ ਅੱਜ ਕੱਲ੍ਹ? ਜਦੋਂ ਤੋਂ ਕਿਸਾਨ ਕਾਨੂੰਨ ਵਾਪਸ ਹੋਏ ਨੇ ਉਸ ਤੋਂ ਬਾਅਦ ਅੱਜ ਪਹਿਲੀ ਵਾਰ ਉਹ ਕਿਸਾਨਾਂ ਲਈ ਕਿਸੇ ਗੱਲ ਦੇ ਵਿੱਚ ਬੋਲ ਰਹੇ ਸੀ। ਨੈਚੁਰਲ ਫਾਰਮਿੰਗ ਦੇ ਉੱਤੇ ਕੋਈ ਨੈਸ਼ਨਲ ਕਨਕਲੇਵ ਸੀ, ਉਹਦੇ 'ਚ ਉਹਨਾਂ ਨੇ ਨੈਚੁਰਲ ਫਾਰਮਿੰਗ ਦੀਆਂ ਬੜੀਆਂ ਗੱਲਾਂ ਕੀਤੀਆਂ, ਜਿਹਨੂੰ ਅਸੀਂ ਕਈ ਵਾਰ ਆਰਗੈਨਿਕ ਫਾਰਮਿੰਗ ਵੀ ਕਹਿ ਦਿੰਦੇ ਹਾਂ। ਪਰ ਉਹ ਗੱਲਾਂ ਜਿਹੜੀਆਂ ਸੀਗੀਆਂ ਸਵਲੀਨ ਜੀ, ਸੁਣਨ ਨੂੰ ਬਹੁਤ ਸੋਹਣੀਆਂ ਲੱਗਦੀਆਂ ਕਿ ਕਿਸਾਨਾਂ ਨੂੰ ਖਾਦਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਆ, ਦਵਾਈਆਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਆ, ਕਿਸਾਨ ਦਾ ਖਰਚਾ ਘਟੂਗਾ, ਜ਼ੀਰੋ ਫਾਰਮਿੰਗ ਦੀਆਂ ਗੱਲਾਂ, ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਬਹੁਤ ਸੋਹਣੀਆਂ ਲੱਗਦੀਆਂ ਸੁਣਨ ਨੂੰ। ਤੇ ਉਹਨਾਂ ਨੇ ਆਪ ਇੱਕ ਵਾਰ ਕਿਹਾ ਵੀ ਕਿ ਮੈਂ ਕਿਸਾਨ ਨਹੀਂ ਹੈਗਾ। ਤੇ ਮੈਨੂੰ ਲੱਗਦਾ ਕਿ ਉਹੀ ਇੱਕ ਲਾਈਨ ਜਿਹੜੀ ਸਭ ਤੋਂ ਚੰਗੀ ਸੀ ਕਿ ਮੈਂ ਕਿਸਾਨ ਨਹੀਂ ਹੈਗਾ। ਕਿਉਂਕਿ ਜਿਹੜੇ ਲੋਕ ਕਿਸਾਨੀ ਕਰਦੇ ਨੇ, ਚਾਹੇ ਅਸੀਂ ਸਿੱਧੇ ਤੌਰ 'ਤੇ ਕਿਸਾਨੀ ਨਾਲ ਜੁੜੇ ਹੋਏ ਹਾਂ, ਤੇ ਅਸੀਂ ਜਾਣਦੇ ਹਾਂ ਕਿ ਜਿਹੜੀ ਨੈਚੁਰਲ ਫਾਰਮਿੰਗ ਆ ਜਾਂ ਜਿਹਨੂੰ ਇਹ ਹੁਣ ਆਰਗੈਨਿਕ ਫਾਰਮਿੰਗ ਕਹਿੰਦੇ ਆ, ਉਹ ਬਹੁਤ ਸੌਖਾ ਕੰਮ ਨਹੀਂ ਹੈਗਾ, ਉਹ ਟੇਢੀ ਖੀਰ ਆ। ਗ੍ਰੀਨ ਰੈਵੋਲੂਸ਼ਨ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਜੋ ਕੁਛ ਪੰਜਾਬ ਦੀ ਕਿਸਾਨੀ ਨੇ ਦੇਖਿਆ, ਕੀਤਾ ਤੇ ਝੱਲਿਆ, ਉਸ ਤੋਂ ਬਾਅਦ ਹੁਣ ਆਰਗੈਨਿਕ ਫਾਰਮਿੰਗ ਵੱਲ ਨੂੰ ਜਾਂ ਨੈਚੁਰਲ ਫਾਰਮਿੰਗ, ਕੁਦਰਤੀ ਖੇਤੀ ਵੱਲ ਨੂੰ ਮੁੜਨਾ ਜਿਹੜਾ ਆ ਉਹ ਬਿਲਕੁਲ ਸੌਖਾ ਨਹੀਂ ਹੈਗਾ। ਪੈਸਟੀਸਾਈਡਸ, ਇਨਸੈਕਟੀਸਾਈਡ ਤੇ ਜਿਹੜੇ ਉਰਵਰਕ ਆ, ਜਿਹੜੀਆਂ ਖਾਦਾਂ ਆ, ਉਹਨਾਂ ਦੀ ਵਰਤੋਂ ਤੋਂ ਬਿਨਾਂ ਖੇਤੀ ਦੀ ਜਿਹੜੀ ਕਲਪਨਾ ਵੀ ਕੀਤੀ ਨਹੀਂ ਜਾ ਸਕਦੀ। ਅਸੀਂ ਕਈ ਵਾਰ ਕੋਸ਼ਿਸ਼ ਕਰਕੇ ਦੇਖੀ ਆ ਆਦਤਨ ਤੌਰ ਦੇ ਉੱਤੇ ਜਾਂ ਐਕਸਪੈਰੀਮੈਂਟਲ ਤੌਰ ਦੇ ਉੱਤੇ ਕਿ ਕਰਕੇ ਦੇਖੀਏ, ਤੇ ਉਹ ਬੜਾ ਲੰਬਾ ਚੌੜਾ ਚੱਕਰ ਆ। ਫਸਲ ਦੀ ਜਿਹੜੀ ਗੁਣਵੱਤਾ ਆ ਉਹ ਵੀ ਬਹੁਤ ਪ੍ਰਭਾਵਿਤ ਹੁੰਦੀ ਆ, ਫਸਲ ਦੀ ਜਿਹੜੇ ਝਾੜ ਆ, ਜਿਹੜੀ ਉਪਜ ਆ, ਉਹ ਵੀ ਬਹੁਤ ਪ੍ਰਭਾਵਿਤ ਹੁੰਦੀ ਆ। ਤੇ ਸਾਡੇ ਵਰਗੇ ਮੁਲਕ ਲਈ ਜਿੱਥੇ ਆਬਾਦੀ ਜਿਹੜੀ ਆ ਇੰਨੀ ਸਪੀਡ ਨਾਲ ਵੱਧ ਰਹੀ ਆ, ਇੰਨੇ ਲੋਕਾਂ ਦਾ ਢਿੱਡ ਭਰਨ ਲਈ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਨੂੰ ਕਰਨਾ ਸੰਭਵ ਨਹੀਂ। ਤੁਸੀਂ ਕਹਿੰਦੇ ਔਖੀ ਗੱਲ ਹੈ, ਪਰ ਮੋਦੀ ਸਾਹਿਬ ਕਹਿੰਦੇ 44 ਲੱਖ ਤੋਂ ਵੱਧ ਜਿਹੜੇ ਕਿਸਾਨ ਨੇ ਉਹ ਆਲਰੇਡੀ ਇਹਦੇ ਨਾਲ ਜੁੜੇ ਹੋਏ ਨੇ ਤੇ 77,000 ਹੈਕਟੇਅਰ ਖੇਤ ਦੇ ਵਿੱਚ ਆਲਰੇਡੀ ਆਰਗੈਨਿਕ ਫਾਰਮਿੰਗ ਹੋ ਰਹੀ ਹੈ। ਦੇਖੋ, ਇਹ ਜਿਹੜੇ ਡੇਟਾ ਬੇਸ ਦੇ ਜਿਹੜੇ ਅੰਕੜਿਆਂ ਦਾ ਝੋਲ ਆ ਨਾ ਜੀ, ਇਹ ਸਾਰਿਆਂ ਨੂੰ ਸਮਝ ਆਉਂਦਾ ਆ। ਕਿੰਨੇ ਉਹਨਾਂ ਨੇ ਕਿਸਾਨ ਦੱਸਿਆ ਜੀ? 44 ਲੱਖ। ਤੇ ਟੋਟਲ ਕਿਸਾਨ ਭਾਰਤ 'ਚ ਕਿੰਨੇ ਨੇ? ਇਹਨਾਂ ਦੀ ਆਪਣੀ ਗਿਣਤੀ ਉਗੜ ਜਾਂਦੀ ਆ, ਗਵਾਚ ਜਾਂਦੀ ਆ ਜਦੋਂ ਇਹ ਹਰ 3 ਮਹੀਨੇ ਬਾਅਦ ਕਿਸਾਨਾਂ ਦੇ ਖਾਤੇ 'ਚ ਪੈਸੇ ਪਾਉਂਦੇ ਨੇ। ਕਦੀ ਕਿਸੇ ਵਾਰ 10 ਲੱਖ ਅੱਗੇ ਪਿੱਛੇ ਹੋ ਜਾਂਦੇ ਨੇ, ਕਿਸੇ ਵਾਰ 15 ਲੱਖ ਘਟਦੇ ਵੱਧਦੇ ਰਹਿੰਦੇ ਨੇ। ਉਹ ਸਾਰੇ ਜਿਹੜੇ ਅੰਕੜੇ ਨੇ ਉਹ ਜੇ ਤੁਸੀਂ ਕਹੋ ਤੇ ਆਪਾਂ ਕੱਢ ਕੇ ਕਿਸੇ ਦਿਨ ਤੁਹਾਨੂੰ ਦੱਸ ਦਿਆਂਗੇ ਸਾਰੇ। ਤੇ ਜਿਹੜੇ ਇਹ 77 ਕਿਸਾਨਾਂ ਦੀ 77,000 ਕਿਸਾਨਾਂ ਦੀ ਗੱਲ ਕਰਦੇ ਨੇ ਜਾਂ 77,000 ਹੈਕਟੇਅਰ ਦੀ ਗੱਲ ਕਰਦੇ ਨੇ, ਉਹ ਮੇਰਾ ਖਿਆਲ ਆ ਪੂਰੇ ਦੇਸ਼ ਦਾ 1% ਵੀ ਨਹੀਂ ਬਣਦਾ ਹੋਣਾ ਹੈਕਟੇਅਰਸ ਦੇ ਮਾਮਲੇ 'ਚ। ਉਹ ਕਹਾਣੀ ਜਿਹੜੀ ਆ ਉਹ ਕਿਸੇ ਹੋਰ ਪਾਸੇ ਆ। ਜੇਕਰ ਕਿਸਾਨੀ ਦੀ ਕੁਝ ਇਹਨਾਂ ਦੇ ਵਾਕਿਆ ਹੀ ਭਲਾ ਕਰਨ ਦੀ ਕਹਾਣੀ ਇਹਨਾਂ ਦੇ ਦਿਮਾਗ ਦੇ ਵਿੱਚ ਹੈ, ਤੇ ਉਹਦੇ ਲਈ ਫਿਰ ਬਹੁਤ ਕੁਝ ਹੋਰ ਕਰਨ ਦੀ ਲੋੜ ਆ। ਸਾਰੇ ਹੀ ਦੇਸ਼ ਦਾ ਡੇਟਾਬੇਸ ਬਣਾ ਕੇ ਕਿਹੜੀ ਫਸਲ ਕਿੱਥੇ ਬੀਜੀ ਜਾਣੀ ਆ, ਕਿਹੜੀ ਫਸਲ ਨਹੀਂ ਬੀਜੀ ਜਾਣੀ, ਤੇ ਜਿਹੜੀਆਂ ਹੋਰ ਕਹਾਣੀਆਂ ਨੇ ਉਹ ਬਹੁਤ ਲੰਬਾ ਚੌੜਾ ਵਿਸ਼ਾ ਹੈ ਜੀ। ਸ਼ਰਮਾ ਜੀ, ਸਾਨੂੰ ਇਹ ਵੀ ਦੱਸਿਓ ਕਿ ਦਾਲਾਂ ਦੀ ਖਰੀਦ ਨੂੰ ਲੈ ਕੇ ਕੀ ਰੌਲਾ ਪਿਆ ਆ? ਦਾਲਾਂ ਦੀ ਖਰੀਦ ਨੂੰ ਲੈ ਕੇ ਸਵਲੀਨ ਜੀ ਰੌਲਾ ਨਹੀਂ ਹੈਗਾ। ਨੇਫਡ ਇੱਕ ਏਜੰਸੀ ਆ, ਨੈਸ਼ਨਲ ਐਗਰੀਕਲਚਰ ਕੋਆਪਰੇਟਿਵ ਫਾਰ ਫੈਡਰੇਸ਼ਨ ਆਫ ਇੰਡੀਆ, ਜਿਹੜੀ ਕਿ ਭਾਰਤ ਸਰਕਾਰ ਦਾ ਇੱਕ ਅਦਾਰਾ ਆ ਤੇ ਭਾਰਤ ਸਰਕਾਰ ਦੀਆਂ ਸਕੀਮਾਂ ਲਈ ਉਹ ਕਿਸਾਨਾਂ ਤੋਂ ਬਹੁਤ ਸਾਰੀਆਂ ਫਸਲਾਂ ਖਰੀਦਦੀ ਆ, ਇੰਪਲੀਮੈਂਟਸ ਦਾ ਕੰਮ ਕਰਦੀ ਆ, ਇੰਟਰਸਟੇਟ ਬਿਜ਼ਨਸ ਦੇ ਵਿੱਚ ਵੀ ਉਹ ਭਾਰਤ ਸਰਕਾਰ ਵੱਲੋਂ ਖੇਤੀ ਲਈ ਕੰਮ ਕਰਦੀ ਆ। ਉਹਦੇ ਵੱਲੋਂ ਇੱਕ ਜਾਣਕਾਰੀ ਸਾਹਮਣੇ ਆਈ ਕਿ ਜਿਹੜੀ PMGKY ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਅਧੀਨ ਜਿਹੜੀ ਉਹਨਾਂ ਨੇ ਦਾਲਾਂ ਦੀ ਖਰੀਦ ਕੀਤੀ, ਤੇ ਖਰੀਦ ਕਰਨ ਤੋਂ ਬਾਅਦ ਉਹ ਕੰਪਨੀਆਂ ਨੂੰ, ਕੁਝ ਮਿੱਲਾਂ ਨੂੰ ਦਾਲਾਂ ਦਿੱਤੀਆਂ ਕਿ ਉਹਨਾਂ ਨੇ ਉਹ ਸਾਫ਼ ਕਰਨੀਆਂ ਸੀ, ਪੋਲਿਸ਼ ਕਰਨੀਆਂ ਸੀ, ਤੇ ਫਿਰ ਉਹ ਵਾਪਸ ਸਰਕਾਰ ਨੂੰ ਦੇਣੀਆਂ ਸੀ। ਉਹਦੇ ਵਿੱਚ ਕੁਝ ਵੱਡੇ ਜਿਹੜੇ ਨੇ ਉਹ ਪ੍ਰੋਫਿਟ ਸਾਹਮਣੇ ਆਏ ਨੇ ਜਿਹੜੇ ਕੰਪਨੀਆਂ ਨੂੰ ਹੁੰਦੇ ਨੇ। ਉਹ ਜੇਕਰ ਉਹਦੀ ਅਸੀਂ ਥੋੜ੍ਹੀ ਜਿਹੀ ਵਿਸਤਾਰ ਦੇ ਵਿੱਚ ਗੱਲ ਕਰੀਏ ਤਾਂ ਇੱਦਾਂ ਕਹਾਣੀ ਸੀ ਸਵਲੀਨ ਜੀ ਕਿ ਕੰਪਨੀ ਨੂੰ ਜਦੋਂ ਸਰਕਾਰ ਖਰੀਦ ਕੇ ਕੱਚੀ ਦਾਲ ਦਿੰਦੀ ਆ, ਤੇ ਫਿਰ ਉਹ ਕੰਪਨੀ ਨੂੰ ਇਹ ਦੱਸਦੀ ਆ ਕਿ ਤੁਸੀਂ ਉਹਦੀ OTR ਕਿੰਨੀ ਦੇਣੀ ਆ,
ਹਾਈਐਸਟ ਆਊਟ ਟਰਨ ਰੇਸ਼ੋ, ਕਿ ਜੇਕਰ ਤੁਹਾਨੂੰ 10 ਕੁਆਂਟਲ ਅਸੀਂ ਕੱਚੀ ਦਾਲ ਦਿੱਤੀ ਆ, ਉਹਨੂੰ ਸਾਫ਼ ਕਰਕੇ ਪੋਲਿਸ਼ ਕਰਕੇ ਜਦੋਂ ਤੁਸੀਂ ਵਾਪਸ ਦੇਣੀ ਆ ਤਾਂ ਤੁਸੀਂ ਉਹ 10 ਕੁਆਂਟਲ ਦੀ ਕਿੰਨੀ ਦੇਣੀ ਆ। ਉਹਦੀ ਮਿਨੀਮਮ ਸੀਮਾ ਸਵਲੀਨ ਜੀ ਕਿਤੇ ਤੈਅ ਨਹੀਂ ਕੀਤੀ ਗਈ ਕਿ ਤੁਸੀਂ 10 ਕੁਆਂਟਲ ਕੱਚੀ ਦੇ ਕੇ ਉਹਨੂੰ ਪੋਲਿਸ਼ ਕਰਕੇ 6 ਕੁਆਂਟਲ ਮੋੜਨਾ ਆ ਕਿ 7 ਕੁਆਂਟਲ ਮੋੜਨਾ ਆ। ਉਸ ਚੱਕਰ ਦੇ ਵਿੱਚ ਉਹ ਜਿਹੜੀਆਂ ਕੰਪਨੀਆਂ ਨੇ, ਜਿਹੜੀਆਂ ਮਿੱਲਾਂ ਨੇ, ਜਿਹੜੀਆਂ ਸਫਾਈ ਦਾ ਕੰਮ ਕਰਦੀਆਂ ਨੇ, ਉਹਨਾਂ ਨੇ ਸਰਕਾਰ ਨੂੰ ਮੋਟੇ ਪੱਧਰ ਦੇ ਉੱਤੇ ਚੂਨਾ ਜਿਹੜਾ ਆ ਉਹ ਲਾਇਆ, ਜਿਹਦੇ ਵਿੱਚ ਇਹ ਦੱਸਿਆ ਜਾਂਦਾ ਕਿ ਪਿਛਲੇ ਸਾਲ 2 ਸਾਲ ਦੇ ਵਿੱਚ ਹੀ ਉਹਨਾਂ ਮਿੱਲਾਂ ਨੇ 4 ਤੋਂ 5 ਹਜ਼ਾਰ ਕਰੋੜ ਤੱਕ ਰੁਪਈਏ ਜਿਹੜੇ ਉਹ ਕਮਾਏ ਨੇ। ਇਸੇ ਵਜ੍ਹਾ ਕਰਕੇ ਸਰਕਾਰ ਦੇ ਜਿਹੜੇ ਅੰਕੜੇ ਨੇ ਉਹ ਗੜਬੜ ਕਰਦੇ ਨੇ। ਜਦੋਂ ਅਸੀਂ ਗੱਲ MSP ਦੀ ਕਰਦੇ ਹਾਂ ਜੀ, ਕਿ ਸਰਕਾਰ ਜਦੋਂ ਖਰੀਦਦੀ ਆ ਤੇ ਫਿਰ ਜਦੋਂ ਵਾਪਸ ਦਿੰਦੀ ਆ ਜਾਂ ਸਕੀਮਾਂ ਲਈ ਫ੍ਰੀ ਦਿੰਦੀ ਆ ਤੇ ਉਹ ਜਿਹੜੇ ਪੈਸੇ ਨੇ ਉਹ ਵਿੱਚ ਵਿਚਾਲਿਓਂ ਕਿੱਥੇ ਚਲੇ ਜਾਂਦੇ ਨੇ। ਉਹ ਫਿਰ ਨੇਫਟ ਦੇ ਅਧਿਕਾਰੀ ਹੁਣ ਜਦੋਂ ਉਹਨਾਂ ਨਾਲ ਗੱਲਬਾਤ ਹੁੰਦੀ ਆ ਤੇ ਉਹ ਆਪਣਾ ਨਾਂ ਛਾਪਣ ਦੀ ਸ਼ਰਤ ਤੇ ਦੱਸਦੇ ਨੇ ਕਿ ਇੱਥੇ ਜਿਹੜਾ ਸਾਰਾ ਕੁਝ ਉਹ ਠੀਕ ਨਹੀਂ ਹੈਗਾ। ਸੋ ਮੇਰੇ ਇਸ ਸਾਰੇ ਵਿਸ਼ੇ ਦਾ ਜਿਹੜਾ ਕੁੱਲ ਕਨਕਲੂਜਨ ਇਹੀ ਆ ਕਿ ਸਟੇਜ ਦੇ ਉੱਤੇ ਨੈਚੁਰਲ ਫਾਰਮਿੰਗ ਬਾਰੇ ਕੁਝ ਗੱਲਾਂ ਕਰ ਦੇਣੀਆਂ, ਤਕਨੀਕ ਦੀ ਵਰਤੋਂ ਦੇ ਉੱਤੇ ਗੱਲਾਂ ਕਰ ਦੇਣੀਆਂ, ਤੇ ਅਦਾਰੇ ਜੋ ਇਹਨਾਂ ਦੇ ਆਪਣੇ ਅਦਾਰੇ ਕਰ ਰਹੇ ਨੇ ਉਹ ਇਹ ਵੀ ਨਹੀਂ ਦੱਸ ਰਹੇ ਕਿ ਅਸੀਂ ਤੁਹਾਨੂੰ ਕੱਚੀ ਦੇ ਕਿੰਨੀ ਰਹੇ ਹਾਂ ਤੇ ਤੁਹਾਡੇ ਤੋਂ ਵਾਪਸ ਲੈਣੀ ਕਿੰਨੀ ਆ। ਅੱਛਾ, ਇਹ ਵੀ ਗੱਲ ਨਹੀਂ ਦੱਸਦੇ ਕਿ ਜਿਹੜੀ ਤੁਹਾਨੂੰ ਦਿੱਤੀ ਆ ਤੁਸੀਂ ਉਹਦੇ ਵਿੱਚੋਂ ਹੀ ਸਾਨੂੰ ਮੋੜਨੀ ਆ ਕਿ ਬਾਜ਼ਾਰ ਚੋਂ ਲੈ ਕੇ ਸਾਨੂੰ ਵਾਪਸ ਦੇ ਦਿਓ ਤੇ ਸਾਡੇ ਵਾਲੀ ਕਿਤੇ ਹੋਰ ਵੇਚ ਦਿਓ। ਉਹ ਬਹੁਤ ਸਾਰੇ ਰੋਲ ਘਚੋਲੇ ਨੇ। ਸਾਡੇ ਮੁਲਕ ਦਾ ਜਿਹੜਾ ਸਿਸਟਮ ਆ ਉਹਨੂੰ ਸੁਧਾਰਨ ਦੀ ਲੋੜ ਆ। ਇਹ ਸਾਰੇ ਕਹਾਣੀਆਂ ਜਿਹੜੀਆਂ ਆ ਉਹ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨਾਲ ਹੱਲ ਹੋਣ ਵਾਲੀਆਂ ਨਹੀਂ।